Good morning, all of you. Today, my topic is preparation of sewing machine, which is a part of level 1 in vocational skills. Now we will proceed. ਸਿਲਾਈ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਸ਼ੀਨ ਆਪਰੇਟਰ ਨੂੰ ਮਸ਼ੀਨ ਦੇ ਸਾਰੇ ਪੱਖ ਪਤਾ ਹੋਣੇ ਚਾਹੀਦੇ ਨੇ ਤਾਂ ਜੋ ਉਸ ਨੂੰ ਸਿਲਾਈ ਦੌਰਾਨ ਕੋਈ ਦਿੱਕਤ ਨਾ ਹੋਵੇ। ਸਿਲਾਈ ਮਸ਼ੀਨ ਦੀ ਤਿਆਰੀ ਕਰਨ ਦੇ ਕੁਝ ਸਟੈਪਸ ਨੇ जो कि कुछ इस प्रकार हैं। पहला स्टेप है कनेक्ट द मशीन टू द पावर सप्लाई। उस दे लई सब तो पहला तुसी प्लग नूं कनैक्ट करोगे फुट कंट्रोल दे नाल। फिर तुसी कनैक्ट करोगे फुट कंट्रोल नूं मशीन सॉकेट दे नाल। उस तो बाद तुसी कनैक्ट करोगे प्लग नूं पावर सॉकेट दे नाल। फाइनली मशीन ਨੂੰ ਸਟਾਰਟ ਕਰਨ ਤੋਂ ਪਹਿਲਾਂ ਮਸ਼ੀਨ ਦਾ ਸਵਿਚ ਔਨ ਕਰੋਗੇ। ਦੂਸਰਾ ਸਟੈਪ ਹੈ ਫੁੱਟ ਕੰਟਰੋਲ ਨੂੰ ਵਿਵਸਥਿਤ ਕਰਨਾ। ਫੁੱਟ ਕੰਟਰੋਲ ਨੂੰ ਤੁਸੀਂ ਜਿੰਨੀ ਜ਼ੋਰ ਦੀ ਦਬਾਓਗੇ ਮਸ਼ੀਨ ਉਨੀ ਹੀ ਤੇਜ਼ ਚੱਲਦੀ ਹੈ। ਜੇ ਤੁਸੀਂ ਫੁੱਟ ਕੰਟਰੋਲ ਨੂੰ ਹੌਲੀ ਪ੍ਰੈਸ ਕਰੋਗੇ ਤਾਂ ਮਸ਼ੀਨ ਵੀ ਹੌਲੀ ਚੱਲੇਗੀ। ਇਸੇ ਲਈ ਫੁੱਟ ਕੰਟਰੋਲ ਨੂੰ ਅਸੀਂ ਇਸ ਤਰੀਕੇ ਨਾਲ ਮਸ਼ੀਨ ਦੇ ਨੇੜੇ ਰੱਖਣਾ ਹੈ ਕਿ ਅਸੀਂ ਉਸ ਨੂੰ ਕੰਫਰਟੇਬਲੀ हैंडल कर सकिए। तीसरा स्टेप है एडजस्ट द प्रेशर ऑफ द प्रेशर फुट। एक मशीन ऑपरेटर ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਮਟੀਰੀਅਲ ਦੇ ਉੱਪਰ ਕਿੰਨਾ ਪ੍ਰੈਸ਼ਰ ਚਾਹੀਦਾ ਹੁੰਦਾ ਹੈ ਤੇ ਪ੍ਰੈਸ਼ਰ ਨੂੰ ਅਸੀਂ ਮਸ਼ੀਨ ਦੇ ਲੱਗੇ ਇੱਕ ਥੰਬ ਸਕਰੂ ਦੇ ਨਾਲ ਘਟਾ ਜਾਂ ਵਧਾ ਸਕਦੇ ਹਾਂ। ਪ੍ਰੈਸ਼ਰ ਵਧਾਉਣ ਲਈ ਅਸੀਂ ਥੰਬ ਸਕਰੂ ਨੂੰ ਕਲੌਕਵਾਈਜ਼ ਘੁਮਾਵਾਂਗੇ ਤੇ ਪ੍ਰੈਸ਼ਰ ਘਟਾਉਣ ਲਈ ਅਸੀਂ ਥੰਬ ਸਕਰੂ ਨੂੰ ਐਂਟੀ ਕਲੌਕਵਾਈਜ਼ ਘੁਮਾਵਾਂਗੇ। ਨੈਕਸਟ ਸਟੈਪ ਹੈ ਵਾਈਂਡ ਦ ਬੋਬਿਨ। ਫਿਰਕੇ ਨੂੰ ਭਰਨ ਲਈ ਅਸੀਂ ਸਭ ਤੋਂ ਪਹਿਲਾਂ ਸਪੂਲ ਪਿਨ ਤੇ ਸਪੂਲ ਨੂੰ ਰੱਖਾਂਗੇ। ਫਿਰ ਸਪੂਲ ਦਾ ਧਾਗੇ ਨੂੰ ਥੋੜਾ ਜਿਹਾ ਫਿਰਕੇ ਦੇ ਉੱਪਰ ਲਪੇਟ ਦਾਂਗੇ। ਫਿਰ ਫਿਰਕੇ ਨੂੰ ਅਸੀਂ ਬੋਬਿਨ ਵਾਈਂਡਰ ਦੇ ਉੱਪਰ ਫਿਕਸ ਕਰ ਦਾਂਗੇ। ਉਸ ਤੋਂ ਬਾਅਦ ਅਸੀਂ ਮਸ਼ੀਨ ਨੂੰ ਚਲਾ ਦੇਵਾਂਗੇ। ਮਸ਼ੀਨ ਨੂੰ ਅਸੀਂ ਉਦੋਂ ਤੱਕ ਚਲਾਵਾਂਗੇ ਜਦ ਤੱਕ ਬੋਬਿਨ ਦੇ ਉੱਪਰ ਧਾਗਾ ਪੂਰਾ ਵਾਈਂਡ ਨਾ ਹੋ ਜਾਵੇ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੋਬਿਨ ਦੇ ਉੱਪਰ ਜੋ ਧਾਗਾ ਹੈ ਉਹ ਈਵਨਲੀ ਭਰਿਆ ਜਾਵੇ। ਇਹ ਨਾ ਹੋਵੇ ਕਿ ਇੱਕ ਸਾਈਡ ਤੋਂ ਹੀ ਸਾਰਾ ਭਰ ਗਿਆ ਤੇ ਬਾਕੀ ਸਾਈਡ ਤੋਂ ਖਾਲੀ ਰਹਿ ਗਿਆ। ਧਾਗਾ ਜੋ ਹੈ ਪੂਰਾ ਬੋਬਿਨ ਤੇ ਈਵਨਲੀ ਸਪਰੈਡ ਹੋਣਾ ਚਾਹੀਦਾ ਹੈ। Next step is selection of needles and thread for sewing। मतलब ਸਾਨੂੰ ਫੈਬਰਿਕ ਦੇ ਟੈਕਸਚਰ, ਥਿਕਨੈਸ ਅਤੇ ਉਸ ਦੀ ਵੀਵ ਕਿਸ ਤਰੀਕੇ ਦੀ ਹੋਈ ਹੈ ਦੇ ਅਕੋਰਡਿੰਗ ਹੀ ਇੱਕ ਨੀਡਲ ਤੇ ਧਾਗਾ ਸਿਲੈਕਟ ਕਰਨਾ ਚਾਹੀਦਾ ਹੈ। Sixth step is fix needle into the needle bar। ਨੀਡਲ ਦਾ ਇੱਕ ਪਾਸਾ ਹਮੇਸ਼ਾ ਫਲੈਟ ਹੁੰਦਾ ਹੈ, ਇਸੇ ਲਈ ਉਹ ਮਸ਼ੀਨ ਦੇ ਵਿੱਚ ਸਿਰਫ ਇੱਕ ਤਰੀਕੇ ਨਾਲ ਹੀ ਇਨਸਰਟ ਕੀਤੀ ਜਾ ਸਕਦੀ ਹੈ। ਨੀਡਲ ਮਸ਼ੀਨ ਦੇ ਵਿੱਚ ਪਾਉਣ ਲਈ ਸਭ ਤੋਂ ਪਹਿਲਾਂ ਨੀਡਲ ਬਾਰ ਨੂੰ ਉਸਦੇ ਸਭ ਤੋਂ ਉੱਚੇ ਪੱਧਰ ਤੇ ਲੈ ਕੇ ਜਾਓ। ਫਿਰ ਨੀਡਲ ਕਲੈਂਪ ਨੂੰ ਲੂਜ਼ ਕੀਤਾ ਜਾਂਦਾ ਹੈ। ਫਿਰ ਸੂਈ ਨੂੰ ਉਸਦੇ ਵਿੱਚ ਫਿਕਸ ਕਰੋ, ਬਿਲਕੁਲ ਉੱਪਰ ਤੱਕ ਜਾਣੀ ਚਾਹੀਦੀ ਹੈ ਸੂਈ। ਉਸ ਤੋਂ ਬਾਅਦ ਉਸ ਦੀ ਸਥਿਤੀ ਦਾ ਧਿਆਨ ਰੱਖਦੇ ਹੋਏ ਨੀਡਲ ਕਲੈਂਪ ਨੂੰ ਟਾਈਟ ਕਰ ਦਿਓ। Seventh step is set the bobbin and the bobbin case in the machine। ਬੋਬਿਨ ਨੂੰ ਬੋਬਿਨ ਕੇਸ ਦੇ ਵਿੱਚ ਪਾ ਕੇ ਤੇ ਬੋਬਿਨ ਦਾ ਧਾਗਾ ਬੋਬਿਨ ਕੇਸ ਦੇ ਵਿੱਚੋਂ ਕੱਢ ਲਿੱਤਾ ਜਾਂਦਾ ਹੈ ਤੇ ਉਸ ਨੂੰ ਥੋੜਾ ਜਿਹਾ ਬਾਹਰ ਕੱਢ ਕੇ ਛੱਡ ਲਿੱਤਾ ਜਾਂਦਾ ਹੈ। ਉਸ ਤੋਂ ਬਾਅਦ ਬੋਬਿਨ ਕੇਸ ਨੂੰ ਮਸ਼ੀਨ ਦੀ ਸ਼ਟਲ ਦੇ ਵਿੱਚ ਫਿਕਸ ਕਰ ਦਿਓ ਚੰਗੀ ਤਰ੍ਹਾਂ। ਨੈਕਸਟ ਸਟੈਪ ਇਜ਼ ਥ੍ਰੈਡ ਦ ਮਸ਼ੀਨ। ਮਤਲਬ ਮਸ਼ੀਨ ਦੇ ਵਿੱਚ ਧਾਗਾ ਪਾਉਣਾ। ਉਸ ਦੇ ਲਈ ਸਭ ਤੋਂ ਪਹਿਲਾਂ ਮਸ਼ੀਨ ਦੀ ਸੂਈ ਨੂੰ ਉਸਦੇ ਸਭ ਤੋਂ ਉੱਚੇ ਪੱਧਰ ਤੇ ਲੈ ਕੇ ਜਾਓ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਸਪੂਲ ਪਿਨ ਦੇ ਧਾਗੇ ਨੂੰ ਥ੍ਰੈਡ ਗਾਈਡ ਦੇ ਵਿੱਚੋਂ ਲਗਾਓ। ਨੈਕਸਟ ਉਸ ਨੂੰ ਟੈਂਸ਼ਨ ਡਿਸਕ ਦੇ ਵਿੱਚੋਂ ਘੁਮਾ ਕੇ ਟੈਂਸ਼ਨ ਡਿਸਕ ਦੇ ਵਿੱਚੋਂ ਕੱਢੋ। ਟੈਂਸ਼ਨ ਡਿਸਕ ਤੋਂ ਬਾਅਦ ਧਾਗੇ ਨੂੰ
ਟੇਕ ਅਪ ਲੀਵਰ ਦੇ ਵਿੱਚੋਂ ਕੱਢੋ। ਟੇਕ ਅਪ ਲੀਵਰ ਤੋਂ ਬਾਅਦ ਉਸਨੂੰ ਦੁਬਾਰਾ ਇੱਕ ਅਲੱਗ ਥਰੈਡ ਗਾਈਡ 'ਚ ਪਾਇਆ ਜਾਂਦਾ ਹੈ। ਉਸ ਤੋਂ ਬਾਅਦ ਨੀਡਲ ਬਾਰ 'ਤੇ ਲੱਗੀ ਇੱਕ ਹੋਰ ਥਰੈਡ ਗਾਈਡ ਦੇ ਵਿੱਚੋਂ ਧਾਗਾ ਕੱਢਿਆ ਜਾਂਦਾ ਹੈ ਤੇ ਧਾਗੇ ਨੂੰ ਲਾਸਟ ਵਿੱਚ ਨੀਡਲ ਦੀ ਆਈ ਦੇ ਵਿੱਚੋਂ ਕੱਢ ਲਿੱਤਾ ਜਾਂਦਾ ਹੈ। ਨੈਕਸਟ ਇਜ਼ ਐਡਜਸਟ ਥਰੈਡ ਟੈਂਸ਼ਨ। ਮਸ਼ੀਨ ਦੇ ਵਿੱਚ ਉੱਪਰਲੇ ਧਾਗੇ ਅਤੇ ਨਿਚਲੇ ਧਾਗੇ ਦਾ ਟੈਂਸ਼ਨ ਬਿਲਕੁਲ ਬੈਲੈਂਸਡ ਹੋਣਾ ਚਾਹੀਦਾ ਹੈ। ਉੱਪਰਲੇ ਧਾਗੇ ਦੀ ਟੈਂਸ਼ਨ ਨੂੰ ਐਡਜਸਟ ਕਰਨ ਲਈ ਅਸੀਂ ਉੱਪਰ ਵਾਲੀ ਟੈਂਸ਼ਨ ਡਿਸਕ ਦੇ ਨਾਲ ਲੱਗਿਆ ਇੱਕ ਸਕਰੂ ਨੂੰ ਘੁਮਾ ਸਕਦੇ ਹਾਂ ਅਤੇ ਬੋਬਿਨ ਕੇਸ ਦੇ ਧਾਗੇ ਦੀ ਟੈਂਸ਼ਨ ਨੂੰ ਐਡਜਸਟ ਕਰਨ ਲਈ ਅਸੀਂ ਬੋਬਿਨ ਕੇਸ 'ਤੇ ਲੱਗੇ ਇੱਕ ਛੋਟੀ ਜਿਹੀ ਸਕਰੂ ਨੂੰ ਘੁਮਾ ਕੇ ਇਸ ਦੀ ਟੈਂਸ਼ਨ ਐਡਜਸਟ ਕਰ ਸਕਦੇ ਹਾਂ। ਜੇਕਰ ਉੱਪਰ ਤੇ ਨਿਚਲੇ ਥਰੈਡਸ ਦੋਨਾਂ ਦੀ ਟੈਂਸ਼ਨ ਬੈਲੈਂਸਡ ਹੋਏਗੀ ਤਾਂ ਹੀ ਇੱਕ ਸਟਿਚ ਸਹੀ ਆਏਗਾ, ਨਹੀਂ ਤਾਂ ਸਟਿਚ ਸਹੀ ਨਹੀਂ ਆਏਗਾ। ਜਾਂ ਤਾਂ ਉਹ ਢਿੱਲਾ ਰਹਿ ਜਾਏਗਾ ਜਾਂ ਬਿਲਕੁਲ ਖਿੱਚਾ ਸਟਿਚ ਆਏਗਾ। ਨੈਕਸਟ ਇਜ਼ ਐਡਜਸਟ ਦ ਸਟਿਚ ਲੈਂਥ। ਹਰ ਇੱਕ ਮਸ਼ੀਨ 'ਤੇ ਸਟਿਚ ਰੈਗੂਲੇਟਰ ਲੱਗਿਆ ਹੁੰਦਾ ਹੈ। ਸਟਿਚ ਰੈਗੂਲੇਟਰ ਦੀ ਮਦਦ ਨਾਲ ਅਸੀਂ ਇੱਕ ਟਾਂਕੇ ਨੂੰ ਛੋਟਾ ਜਾਂ ਵੱਡਾ ਕਰ ਸਕਦੇ ਹਾਂ। ਚੈਕਿੰਗ ਦ ਸਟਿਚ ਫਾਰਮੇਸ਼ਨ ਮਤਲਬ ਜਦੋਂ ਵੀ ਅਸੀਂ ਕਿਸੇ ਵੱਖਰੇ ਕੱਪੜੇ 'ਤੇ ਸਿਲਾਈ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਇੱਕ ਰਫ ਕੱਪੜੇ 'ਤੇ ਸਟਿਚ ਕਰਕੇ ਦੇਖ ਲੈਣਾ ਚਾਹੀਦਾ ਹੈ ਕਿ ਕੀ ਸਾਡਾ ਟਾਂਕਾ ਜੋ ਹੈ ਉਹ ਸਹੀ ਆ ਰਿਹਾ ਹੈ ਜਾਂ ਨਹੀਂ। ਜੇ ਨਹੀਂ ਤਾਂ ਅਸੀਂ ਉਸ ਦੀ ਟੈਂਸ਼ਨ ਨੂੰ ਜਾਂ ਸਟਿਚ ਲੈਂਥ ਨੂੰ ਐਡਜਸਟ ਕਰਾਂਗੇ। ਚੈਕਿੰਗ ਦ ਰਿਵਰਸ ਸਟਿਚ ਲੀਵਰ। ਮਸ਼ੀਨ ਦੇ ਉੱਪਰ ਜੋ ਇਹ ਲੀਵਰ ਲੱਗਿਆ ਹੈ ਉਸਨੂੰ ਜਦੋਂ ਅਸੀਂ ਪ੍ਰੈਸ ਕਰਦੇ ਹਾਂ ਉਸ ਟਾਈਮ ਸਾਡਾ ਜੋ ਟਾਂਕਾ ਹੈ ਉਹ ਪਿੱਛੇ ਨੂੰ ਚੱਲ ਪੈਂਦਾ ਹੈ, ਜੋ ਸਿਲਾਈ ਹੈ ਉਹ ਪਿੱਛੇ ਨੂੰ ਚੱਲਦੀ ਹੈ। ਰਿਵਰਸ ਸਟਿਚ ਦਾ ਇਸਤੇਮਾਲ ਅਸੀਂ ਜਦੋਂ ਸਿਲਾਈ ਸ਼ੁਰੂ ਕਰਦੇ ਹਾਂ ਉਦੋਂ ਅਤੇ ਜਦੋਂ ਅਸੀਂ ਸਿਲਾਈ ਖਤਮ ਕਰਦੇ ਹਾਂ ਉਦੋਂ ਇਸਤੇਮਾਲ ਕਰਦੇ ਹਾਂ ਤਾਂ ਕਿ ਸਾਡਾ ਟਾਂਕਾ ਜਾਂ ਸਿਲਾਈ ਜੋ ਹੈ ਉਹ ਉਧੜ ਨਾ ਜਾਵੇ। ਇਹ ਸਭ ਗੱਲਾਂ ਸੀਗੀਆਂ ਜੋ ਸਾਨੂੰ ਸਿਲਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਿਮਾਗ 'ਚ ਰੱਖਣੀ ਚਾਹੀਦੀਆਂ ਨੇ ਜਾਂ ਚੈੱਕ ਕਰ ਲੈਣੀ ਚਾਹੀਦੀਆਂ ਨੇ। ਥੈਂਕਸ ਫॉर ਵਾਚਿੰਗ।